राखो प्रभु नानक दे कर हथ डोलन ते राखो प्रभु नानक दे कर हथ कुंभे बद्धा जल रहै जल बिन कुंभ न होए ज्ञान का बद्धा मन रहै गुर बिन ज्ञान न होए ज्ञान का बद्धा मन रहै गुर बिन ज्ञान न होए कवन वडाई कह सकूं बेअंत गुणीता कर कृपा मोहि नाम देहो नानक दरस रीता कर कृपा मोहि नाम देहो नानक दरस रीता जुग जुग अटल सतगुरु गुरगद्दी ते सुभाईमान साहिब श्री गुरु ग्रंथ साहिब जी महाराज जियां दी पावन और पवित्र हजूरी विखे जुड़ मिल बैठी सन्मान सत्कारयोग गुरु रूप साध संगत गुरु साहिब जी दियां बेअंत बख्शिशां बेअंत रहमतां होईयां हन। गुरु के दरबार विखे गुरसंगत रूप च जुड़े हाँ और पावन पवित्र बाणी दे शब्द कीर्तन प्यार सहित सत्कार सहित गुरु घर दे कीर्तनियां पासों आप जी ने श्रवण कीते हन। कीर्तन तो उपरंत समा होया है कथा विचारां दा। धन गुरु अर्जन देव जी महाराज जी की पावन रसना तो बख्शिश अमृतमयी बाणी सुखमनी सुख अमृत प्रभ नाम भगत जना कै मन विश्राम। सुखमनी साहिब बाणी की कथा विचार की लड़ी आरंभी गई है। सो जिथे पावन बाणी की विचार दे नाल जुड़ना है उथे अज दे दिन धन गुरु अंगद देव जी महाराज गुरगद्दी दे तखत ते सुभाईमान होए सन। गुरु अंगद देव जी महाराज जी का गुरगद्दी दिहाड़ा है। कुछ विचारां आपां उहदे संबंधी भी करांगे। सब तो पहला गुरु फतेह अदब सहित प्रवान करो। आखो जी वाहिगुरु जी का खालसा वाहिगुरु जी की फतेह। अज दे दिन करतारपुर साहिब की पावन धरती ते गुरु नानक देव जी महाराज जी ने शरीर रूपी चोला छड्डण तो पहला गुरगद्दी की दात भाई लैणे नूं बख्शी और भाई लैणा गुरु अंगद देव जी महाराज बने, जिन्हां ने करीबन 7 वरे गुरु नानक देव जी महाराज जी की सेवा की है। गुरु नूं समर्पित हो गए। गुरु के हर हुक्म नूं उन्हां ने सत करके मन्निया और पूर्ण भरोसा गुरु नानक देव जी महाराज जी ते। सिख भी बड़े ने गुरु नानक महाराज जी दे, सारे ही अपनी अपनी थां ते सेवा करते ने।
ਗੁਰੂ ਕੇ ਪੁੱਤਰ ਵੀ ਹਨ, ਉਹਨਾਂ ਦਾ ਵੀ ਆਪਣਾ ਰੁਤਬਾ ਹੈ। ਪਰ ਸਭ ਤੋਂ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵੱਡੀ ਬਖਸ਼ਿਸ਼ ਹੈ, ਉਹ ਭਾਈ ਲਹਿਣਾ ਜੀ ਨੂੰ ਮਿਲੀ ਹੈ। ਬੜੇ ਪਿਆਰੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਇੱਕ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਨੂੰ ਸਿੱਧਾਂ ਨੇ ਪੁੱਛਿਆ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇ ਗੁਰੂ ਬਾਬਾ ਜੀ ਦਾ ਉੱਤਰ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਇੱਥੇ ਗੱਲ ਇਹ ਨਹੀਂ ਹੈ ਕਿ ਭਾਈ ਲਹਿਣੇ ਨੇ ਸਰੀਰਕ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਰੀਰਕ ਤੌਰ ਤੇ ਕਿੰਨੀ ਕੁ ਸੇਵਾ ਕੀਤੀ, ਕਿਉਂਕਿ ਇੱਥੇ ਗੱਲ ਗੁਰੂ ਨਾਨਕ ਦੇ ਘਰ ਸ਼ਬਦ ਤੇ ਸੁਰਤ ਦੀ ਹੈ। ਸਰੀਰ ਤੋਂ ਬਹੁਤ ਉੱਪਰ ਦੀ ਖੇਡ ਹੈ ਸ਼ਬਦ ਤੇ ਸੁਰਤ ਦੀ ਖੇਡ। ਔਰ ਜਿਹੜੇ ਬਚਨ ਭੱਟ ਜੀ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤਿੰਨ ਸ਼ਬਦ ਸੁਰਤ ਕੀ ਨੀਂਵ ਰਖਾਈ। ਉਹਨਾਂ ਨੇ ਆਪਣੇ ਜੀਵਨ ਦੇ ਰਾਹੀਂ ਇਹ ਕਮਾਈ ਕਰਕੇ ਦੱਸੀ ਕਿ ਕਿਵੇਂ ਸ਼ਬਦ ਦੇ ਵਿੱਚ ਸੁਰਤ ਨੂੰ ਜੋੜਿਆ ਜਾ ਸਕਦਾ ਹੈ। ਤੇ ਜੇ ਵਾਕਿਆ ਹੀ ਗੁਰੂ ਦੇ ਸ਼ਬਦ ਦੇ ਵਿੱਚ ਸਿੱਖ ਦੀ ਸੁਰਤ ਜੁੜ ਜਾਏ ਨਾ, ਤੇ ਸਿੱਖ ਵੀ ਓਡਾ ਹੀ ਵੱਡਾ ਬਣ ਜਾਂਦਾ ਹੈ ਜਿੱਡਾ ਵੱਡਾ ਗੁਰੂ ਹੈ। ਜਿੱਡੇ ਵੱਡੇ ਗੁਰੂ ਨਾਨਕ ਉਸੇ ਅਵਸਥਾ ਤੇ ਪਹੁੰਚ ਗਏ ਗੁਰੂ ਅੰਗਦ ਭਾਈ ਲਹਿਣਾ ਜੀ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ। ਕਮਾਈ ਕੀਤੀ ਗੁਰੂ ਨਾਨਕ ਜੀ ਦੇ ਉਪਦੇਸ਼ ਦੀ, ਬਚਨਾਂ ਦੀ, ਹੁਕਮਾਂ ਦੀ। ਤੇ ਗੁਰੂ ਨਾਨਕ ਮਹਾਰਾਜ ਜੀ ਨੇ ਆਪਣਾ ਆਪਾ ਭਾਈ ਲਹਿਣੇ ਦੇ ਵਿੱਚ ਲੀਨ ਕਰ ਦਿੱਤਾ ਤੇ ਦੋ ਦੀਵੇ ਇੱਕ ਜੋਤ ਹੋ ਗਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀਆਂ ਅੱਗੇ ਖੰਡੂਰ ਸਾਹਿਬ ਵਿਖੇ ਰਹਿ ਕੇ ਉਹਨਾਂ ਨੇ ਸੇਵਾਵਾਂ ਕੀਤੀਆਂ। ਸਿੱਖੀ ਪ੍ਰਚਾਰ ਤੇ ਪ੍ਰਸਾਰ ਦੇ ਅਨੇਕਾਂ ਯਤਨ ਕੀਤੇ। ਗੁਰਮੁਖੀ ਵਿਦਿਆ ਦੇ ਨਾਲ ਉਹਨਾਂ ਨੇ ਮਨੁੱਖਤਾ ਨੂੰ ਜੋੜਿਆ। ਫਿਰ ਸਰੀਰਕ ਤੌਰ ਤੇ ਵੀ ਗੁਰੂ ਕਾ ਸਿੱਖ ਤੰਦਰੁਸਤ ਹੋਵੇ, ਉਹਦੇ ਲਈ ਮੱਲ ਅਖਾੜੇ ਭਾਵ ਕੁਸ਼ਤੀਆਂ ਤੇ ਕਸਰਤਾਂ ਦੇ ਕੇਂਦਰ ਉਹਨਾਂ ਨੇ ਤਿਆਰ ਕੀਤੇ। ਔਰ ਮਾਨਸਿਕ ਤੌਰ ਤੇ ਵੀ ਸਿੱਖ ਬਹੁਤ ਦ੍ਰਿੜ ਹੋਏ। ਉਹਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਨਾਲ ਔਰ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਨਾਲ, ਨਾਮ ਦੇ ਨਾਲ ਜੋੜਿਆ। ਖੈਰ ਬੜੀਆਂ ਵਡਿਆਈਆਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ। ਜਿੰਨੀ ਉਪਮਾ ਕਰੀਏ, ਵਡਿਆਈ ਕਰੀਏ, ਓਨੀ ਘੱਟ। ਭੱਟ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਜਿੱਥੇ ਉਹ ਕਹਿੰਦੇ, ਸੋ ਕਹੋ ਟਲ ਗੁਰ ਸੇਵੀਐ, ਐ ਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜਿਹੜੇ ਦਰਸ਼ਨ ਹਨ, ਉਹ ਜੰਮਣ ਮਰਨ ਦੇ ਦੁੱਖਾਂ ਤੋਂ ਮੁਕਤੀ ਦੀ ਦਾਤ ਬਖਸ਼ਣ ਵਾਲੇ ਹਨ। ਗੁਰੂ ਅੰਗਦ ਦੇਵ ਮਹਾਰਾਜ ਅੱਜ ਦੇ ਦਿਨ ਗੁਰੂ ਨਾਨਕ ਮਹਾਰਾਜ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਭਾਗੀ ਬਣੇ। ਔਰ ਗੁਰਗੱਦੀ ਦੀ ਜੋ ਵਡਿਆਈ ਹੈ, ਬਖਸ਼ਿਸ਼ ਹੈ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤੀ ਸੀ। ਉਪਰੰਤ ਆਓ ਹੁਣ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਦੇ ਨਾਲ ਜੁੜੀਏ। ਪਹਿਲੀ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ, ਜਿਸ ਅਸ਼ਟਪਦੀ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੀ ਜੋ ਵਡਿਆਈ ਹੈ, ਬਰਕਤ ਹੈ, ਬਖਸ਼ਿਸ਼ ਹੈ, ਉਹ ਸਾਨੂੰ ਸਮਝਾ ਰਹੇ ਹਨ। ਔਰ ਸਿਮਰਨ ਕਰਨਾ, ਨਾਮ ਜਪਣਾ, ਇਹ ਗੁਰਮਤਿ ਦੇ ਸਿੱਖੀ ਦੇ ਮੁੱਢਲੇ ਉਪਦੇਸ਼ਾਂ ਦੇ ਵਿੱਚੋਂ ਜੇ ਆਪਾਂ ਕਹਿ ਲਈਏ ਸਭ ਤੋਂ ਪ੍ਰਥਮ ਉਪਦੇਸ਼ ਹੈ, ਪਹਿਲੇ ਨੰਬਰ ਦੇ ਉਪਦੇਸ਼ਾਂ ਦੇ ਵਿੱਚੋਂ ਇੱਕ ਹੈ। ਜਿਵੇਂ ਜਿਵੇਂ ਅਸੀਂ ਸਿਮਰਨ ਦੇ ਰਸਤੇ ਤੇ ਚੱਲਾਂਗੇ, ਸੁਰਤ
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ 'ਚ ਜੁੜੇਗੀ। ਇਹ ਸਿਮਰਨ ਦੀ ਜਿਹੜੀ ਖੇਡ ਹੈ ਨਾ, ਇਹ ਵੀ ਅਸਲ ਦੇ ਵਿੱਚ ਸੁਰਤ ਦੀ ਖੇਡ ਹੈ। ਪਰ ਕਿਉਂਕਿ ਇਹ ਸ਼ੁਰੂ ਹੁੰਦੀ ਹੈ ਸਰੀਰ ਤੋਂ, ਸਰੀਰ ਕਰਕੇ ਜਪਾਂਗੇ ਤਾਂ ਹੀ ਮਨ ਕਰਕੇ ਜਪ ਸਕਦੇ ਹਾਂ। ਜਿਹੜਾ ਸਰੀਰ ਕਰਕੇ ਹੀ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਲਈ ਮੂੰਹ ਖੋਲਣ ਦੀ ਹਿੰਮਤ ਨਹੀਂ ਕਰਦਾ, ਉਹਦਾ ਮਨ ਕਿੱਥੋਂ ਜੁੜੇਗਾ। ਜਿਹੜਾ ਤਨ ਕਰਕੇ ਹੀ ਗੁਰੂ ਦੇ ਚਰਨਾਂ 'ਚ, ਗੁਰੂ ਕੇ ਦਰਬਾਰ 'ਚ ਆਉਣ ਦੀ ਹਿੰਮਤ ਨਹੀਂ ਕਰਦਾ ਹੈ, ਉਹਦਾ ਮਨ ਗੁਰੂ ਕੋਲ ਕਿੱਥੋਂ ਹਾਜ਼ਰ ਹੋ ਜਾਣਾ ਹੈ। ਸਰੀਰ ਤੋਂ ਗੱਲ ਸ਼ੁਰੂ ਹੁੰਦੀ ਹੈ, ਚਲਦਿਆਂ ਚਲਦਿਆਂ ਗੱਲ ਮਨ ਤੇ ਪਹੁੰਚਦੀ ਹੈ ਤੇ ਸਾਰਾ ਕੁਝ ਗੁਰੂ ਦੀ ਝੋਲੀ, ਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਹਨ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪੁਰਾਣੇ ਸਮਿਆਂ ਤੋਂ ਹੀ ਲੋਕ ਬੜੇ ਯਤਨ ਕਰਦੇ ਰਹੇ ਹਨ ਕਿ ਸਾਨੂੰ ਰਿੱਧੀਆਂ ਸਿੱਧੀਆਂ ਨਿੱਧੀਆਂ ਪ੍ਰਾਪਤ ਹੋਣ, ਭਾਵ ਐਸੀਆਂ ਤਾਕਤਾਂ ਪ੍ਰਾਪਤ ਹੋ ਜਾਣ ਕਿ ਅਸੀਂ ਜੋ ਚਾਹੀਏ ਉਹੀ ਕੁਝ ਕਰ ਸਕੀਏ। ਮਹਾਰਾਜ ਕਹਿੰਦੇ ਤੈਨੂੰ ਰਿੱਧੀਆਂ ਸਿੱਧੀਆਂ ਵੀ ਮਿਲ ਜਾਣਗੀਆਂ, ਪਰ ਮਿਲਣਗੀਆਂ ਕਦੋਂ? ਜਦੋਂ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ 'ਚ ਜੁੜੇਗਾ। ਔਰ ਇਹਦਾ ਦੂਜਾ ਪੱਖ ਇਹ ਹੈ ਕਿ ਜਦੋਂ ਫਿਰ ਬੰਦਾ ਵਾਹਿਗੁਰੂ ਦੇ ਨਾਮ 'ਚ ਜੁੜ ਗਿਆ, ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੇ ਦੁਨੀਆ ਦੇ ਖਜ਼ਾਨੇ ਮਾਨਸਿਕ ਤਾਕਤਾਂ ਪ੍ਰਾਪਤ ਹੋ ਗਈਆਂ, ਪਰ ਜਿਹੜਾ ਸਿਮਰਨ 'ਚ ਜੁੜ ਗਿਆ ਫਿਰ ਉਹਨੂੰ ਇਹ ਚੀਜ਼ਾਂ ਬੜੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ ਹਨ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਸ਼ਹੀਦ ਕੀਤਾ ਜਾਣਾ ਸੀ, ਉਹ ਕਹਿਣ ਲੱਗੇ ਕਰਾਮਾਤਾਂ ਵਿਖਾਓ, ਤੁਹਾਡੀ ਜਾਨ ਬਖਸ਼ ਦੇਵਾਂਗੇ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕੋ ਆਵਤ ਲਾਜਾ। ਮਹਾਰਾਜ ਕਹਿਣ ਲੱਗੇ, ਭੋਲਿਓ ਇਹ ਸੱਚ ਹੈ ਕਿ ਰੀਤੀਆਂ ਸਿੱਧੀਆਂ ਜਿਹੜੇ ਅਕਾਲ ਪੁਰਖ ਦੇ ਨਾਲ ਜੁੜ ਗਏ ਉਹਨਾਂ ਦੇ ਪੈਰਾਂ ਦੇ ਵਿੱਚ ਹੁੰਦੀਆਂ ਨੇ, ਉਹਨਾਂ ਦਾ ਪਰਛਾਵਾਂ ਬਣ ਕੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ, ਜੋ ਹਰ ਹਿਰਦੈ ਸਦਾ ਵਸਾਏ। ਪਰ ਵਾਹਿਗੁਰੂ ਦੇ ਨਾਮ 'ਚ ਜੁੜਿਆ ਹੋਇਆ ਫਿਰ ਰਿੱਧੀਆਂ ਸਿੱਧੀਆਂ ਦੇ ਵਿੱਚ ਅਟਕਦਾ ਨਹੀਂ ਹੈ, ਉਹ ਰਿੱਧੀਆਂ ਸਿੱਧੀਆਂ ਦੇ ਵਿੱਚ ਉਲਝਦਾ ਨਹੀਂ ਹੈ, ਉਹ ਸਿੱਧਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਦਾ ਹੈ। ਇਹਨਾਂ ਰਿੱਧੀਆਂ ਸਿੱਧੀਆਂ ਤੋਂ ਉਹਦੀ ਅਵਸਥਾ ਬੜੀ ਉੱਪਰ ਉੱਠ ਜਾਂਦੀ ਹੈ। ਮਹਾਰਾਜ ਕਹਿੰਦੇ, ਹੇ ਭਾਈ ਤੂੰ ਵਾਹਿਗੁਰੂ ਦੇ ਸਿਮਰਨ 'ਚ ਜੁੜ, ਆ ਰਿੱਧੀਆਂ ਸਿੱਧੀਆਂ ਨਿੱਧੀਆਂ ਦਾ ਵੀ ਤੈਨੂੰ ਕੋਈ ਘਾਟਾ ਨਹੀਂ ਰਹੇਗਾ। ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਫਿਰ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ 'ਚ ਜੁੜ ਕੇ ਮਨੁੱਖ ਉੱਤਮ ਗਿਆਨ, ਉੱਤਮ ਧਿਆਨ ਤੇ ਉੱਤਮ ਬੁੱਧੀ, ਸ੍ਰੇਸ਼ਟ ਅਕਲ ਦਾ ਧਾਰਨੀ ਬਣਦਾ ਹੈ। ਸੁਰਤ ਦੇ ਅੰਦਰ, ਸੋਚ ਦੇ ਅੰਦਰ, ਮਤ ਦੇ ਅੰਦਰ ਗਹਿਰਾਈ ਵੀ ਆਉਂਦੀ ਹੈ ਤੇ ਮਤ ਦੇ ਅੰਦਰ ਉਚਾਈ ਵੀ ਆਉਂਦੀ ਹੈ। ਬੰਦਾ ਗਹਿਰਾ ਸੋਚਣ ਵਾਲਾ ਵੀ ਹੋਣਾ ਚਾਹੀਦਾ ਹੈ, ਉੱਚਾ ਸੋਚਣ ਵਾਲਾ ਵੀ ਹੋਣਾ ਚਾਹੀਦਾ। ਹਰ ਕੰਮ ਅਕਲ ਦੇ ਨਾਲ ਹੁੰਦਾ ਹੈ। ਮਹਾਰਾਜ ਬਾਣੀ 'ਚ ਕਹਿੰਦੇ, ਬੇਅਕਲਾ ਇਆਣਾ ਮੂਰਖ ਬੰਦਾ ਕੋਈ ਕੰਮ ਕਰੇ, ਹੋ ਸਕਦਾ ਉਹਦਾ ਕਦੇ ਤੁੱਕਾ ਲੱਗ ਜਾਏ, ਪਰ ਵੈਸੇ ਉਹਦੇ ਕੋਲੋਂ ਕੋਈ ਕੰਮ ਸਿੱਧਾ ਨਹੀਂ ਹੁੰਦਾ ਹੈ। ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੈ ਦੂਜੀ ਪੀਵੇ ਰਾਸ। ਬੱਚਾ ਹੀ ਹੈ, ਇਆਣੀ ਬਿਰਤੀ ਹੈ, ਕੋਈ ਇੱਕ ਅੱਧ ਕੰਮ ਚੰਗਾ ਕਰੇਗਾ ਦੂਜਾ ਵਿਗਾੜ ਦੇਵੇਗਾ, ਗੱਲ ਫੇਰ ਉੱਥੇ ਦੀ ਉੱਥੇ। ਅਕਲ ਦਾ ਹੋਣਾ, ਉੱਚੀ ਮੱਤ, ਉੱਚੀ ਬੁੱਧ ਦਾ ਹੋਣਾ, ਗਿਆਨ ਦਾ ਹੋਣਾ ਜੀਵਨ ਅੰਦਰ ਬੜਾ ਜ਼ਰੂਰੀ ਹੈ। ਮਹਾਰਾਜ ਤੇ ਬਾਣੀ 'ਚ ਇੱਥੋਂ ਤੱਕ ਕਹਿੰਦੇ ਹਨ ਕਿ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਸਾਹਿਬ ਦੀ ਸੇਵਾ ਵੀ ਅਕਲ ਦੇ ਨਾਲ ਹੁੰਦੀ ਹੈ। ਜਿਨ੍ਹਾਂ ਨੂੰ ਅਕਲ ਨਹੀਂ ਹੈ, ਸਮਝ ਨਹੀਂ ਹੈ, ਉਹ ਪਤਾ ਨਹੀਂ ਕਿੱਥੇ ਕਿੱਥੇ ਥਾਂ ਥਾਂ ਠੋਕਰਾਂ ਖਾਂਦੇ ਫਿਰਦੇ, ਪਤਾ ਹੀ ਨਹੀਂ ਲੱਗਦਾ ਪੂਰਾ ਗੁਰੂ ਕਿਹੜਾ ਹੈ। ਮਾਣ ਵਡਿਆਈ ਵੀ ਬੰਦੇ ਨੂੰ ਅਕਲ ਦੇ ਨਾਲ ਮਿਲਦੀ ਹੈ। ਅਕਲ ਵਾਲਿਆਂ ਦਾ ਸਨਮਾਨ ਹੁੰਦਾ ਹੈ, ਕਦੇ ਮੂਰਖਾਂ ਦਾ ਸਨਮਾਨ ਸਤਿਕਾਰ ਨਹੀਂ ਹੁੰਦਾ ਹੈ।
ਅਕਲੀ ਪੜ ਕੇ ਬੁੱਝੀਐ ਅਕਲੀ ਕੀਚੈ ਦਾਨ। ਮਹਾਰਾਜ ਕਹਿੰਦੇ ਦਾਨ ਵੀ ਅਕਲ ਦੇ ਨਾਲ ਹੀ ਹੁੰਦਾ ਹੈ, ਬੇਅਕਲਾ ਬੰਦਾ ਦਾਨ ਵੀ ਕਰ ਨਹੀਂ ਪਾਉਂਦਾ ਹੈ। ਹੁਣ ਉਹ ਜਿਹੜੀ ਅਕਲ ਵਾਲੀ ਬਿਰਤੀ ਹੈ, ਉੱਚੀ ਮੱਤ ਗਿਆਨ ਤੇ ਚੰਗੀ ਸਮਝ ਵਾਲੀ ਬੁੱਧ ਵਾਲੀ ਜਿਹੜੀ ਬਿਰਤੀ ਹੈ, ਉਹ ਕਿੱਥੋਂ ਪ੍ਰਾਪਤ ਹੋਏਗੀ? ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਕੇ ਹੀ ਉੱਤਮ ਗਿਆਨ ਉੱਤਮ ਧਿਆਨ ਤੇ ਚੰਗੀ ਅਕਲ ਮਿਲਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੀ ਜਪਾਂ ਚੋਂ ਸ੍ਰੇਸ਼ਟ ਜਪ ਹੈ, ਉੱਤਮ ਤਪ ਹੈ, ਔਰ ਸਭ ਤੋਂ ਉੱਤਮ ਪੂਜਾ ਵੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ, ਨਾਮ ਜਪਣਾ ਹੀ ਹੈ। ਮਹਾਰਾਜ ਕਹਿੰਦੇ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਈ। ਅਸਲ ਦੇ ਵਿੱਚ ਪੂਜਾ ਕਰਨਾ ਹੀ ਪਰਮਾਤਮਾ ਦਾ ਨਾਮ ਧਿਆਉਣਾ ਹੈ, ਤੇ ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਧਿਆਉਂਦਾ ਹੈ, ਉਹ ਪੂਜਾ ਦੇ ਨਾਮ ਤੇ ਜਿੰਨੇ ਮਰਜੀ ਹੋਰ ਕਰਮ ਕਾਂਡ ਪਖੰਡ ਕਰੇ, ਉਹਦੇ ਕਰਮ ਕਿਸੇ ਲੇਖੇ ਨਹੀਂ ਪੈਂਦੇ। ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਹੈ ਉਰੈ ਮੂਸੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਹੀ ਸਭ ਤੋਂ ਉੱਤਮ ਪੂਜਾ ਹੈ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਜਿਵੇਂ ਜਿਵੇਂ ਸੁਰਤ ਵਾਹਿਗੁਰੂ ਦੇ ਸਿਮਰਨ 'ਚ ਜੁੜਦੀ ਹੈ, ਫਿਰ ਇੱਕ ਪਰਮੇਸ਼ਰ ਦੇ ਪ੍ਰਤੀ ਭਰੋਸਾ ਤੇ ਵਿਸ਼ਵਾਸ ਬਣਦਾ ਹੈ। ਰੱਬ ਨੂੰ ਛੱਡ ਕੇ, ਪਰਮੇਸ਼ਰ ਨੂੰ, ਪੂਰੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਦੂਜੀਆਂ ਥਾਵਾਂ ਤੇ ਭਟਕਣ ਵਾਲੀ ਜਿਹੜੀ ਬਿਰਤੀ ਹੈ, ਉਹ ਮਨ 'ਚੋਂ ਮੁੱਕ ਜਾਂਦੀ ਹੈ। ਬੜੇ ਲੋਕ ਹਨ ਜਿਹੜੇ ਗੁਰੂ ਨੂੰ ਛੱਡ ਕੇ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ, ਬੰਦੇ ਦਾ ਬੰਦਾ, ਮਾਲਕ ਨੂੰ ਛੱਡ ਕੇ ਬੰਦਿਆਂ ਦੇ ਪਿੱਛੇ ਭਟਕਦੇ ਹਨ। ਅੱਗੇ ਚੱਲ ਕੇ ਸੁਖਮਨੀ ਸਾਹਿਬ ਅੰਦਰ ਹੀ ਮਹਾਰਾਜ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਇੱਕ ਰੱਬ ਨੂੰ ਛੱਡ ਕੇ ਕਿਸੇ ਦੂਜੇ ਬੰਦੇ ਦੀ ਟੇਕ ਰੱਖਣੀ ਮੂਰਖਤਾਈ। ਸਾਰਾ ਕੁਝ ਬਖਸ਼ਣ ਵਾਲਾ ਵਾਹਿਗੁਰੂ ਹੈ। ਬੰਦਾ ਕਿਸੇ ਬੰਦੇ ਨੂੰ ਰਜਾ ਨਹੀਂ ਸਕਦਾ ਹੈ। ਜੇ ਅੰਦਰ ਦੀ ਸੰਤੁਸ਼ਟੀ ਤੇ ਤ੍ਰਿਪਤੀ ਕੋਈ ਦਿੰਦਾ ਹੈ ਤੇ ਉਹ ਕੇਵਲ ਮਾਲਕ ਤੇ ਗੁਰੂ ਹੀ ਸਾਡੇ ਅੰਦਰ ਨੂੰ ਤ੍ਰਿਪਤ ਕਰਦਾ। ਕੋਈ ਬੰਦਾ ਬੰਦੇ ਨੂੰ ਰਜਾ ਨਹੀਂ ਸਕਦਾ। ਇੱਥੇ ਤੇ ਹਰ ਬੰਦਾ ਆਪ ਹੀ ਭੁੱਖਾ ਹੈ ਤੇ ਕਿਸੇ ਭਿਖਾਰੀ ਨੇ ਦੂਜੇ ਨੂੰ ਕੀ ਸੰਤੁਸ਼ਟ ਕਰਨਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਜਿਸ ਕੈ ਦੀਐ ਰਹਿ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪੁਰੋਏ। ਸੋ ਇੱਕ ਅਕਾਲ ਪੁਰਖ ਪ੍ਰਤੀ ਵਿਸ਼ਵਾਸ ਤੇ ਇਧਰ ਉਧਰ ਦੂਜੇ ਵਾਲੇ ਪਾਸੇ ਭਟਕਣ ਵਾਲੀ ਜਿਹੜੀ ਬਿਰਤੀ ਆ, ਉਹ ਕਦੋਂ ਖਤਮ ਹੁੰਦੀ ਹੈ? ਜਦੋਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ 'ਚ ਜੁੜਦਾ ਹੈ। ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਫਿਰ ਲੋਕ ਤੀਰਥਾਂ ਦੇ ਇਸ਼ਨਾਨ ਦੇ ਲਈ ਜਾਂਦੇ ਨੇ। ਸਾਡਾ ਜਿਹੜਾ ਸਿੱਖੀ ਦਾ, ਗੁਰਮਤ ਦਾ ਤੇ ਗੁਰਬਾਣੀ ਦਾ ਸਿਧਾਂਤ ਹੈ, ਉਥੇ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਭਾਈ ਲਹਿਣਾ ਧੰਨ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਅੱਜ ਗੁਰਗੱਦੀ ਦਿਹਾੜਾ ਹੈ। ਵੇਖੋ ਗੁਰੂ ਨਾਨਕ ਮਹਾਰਾਜ ਜੀ ਦੀ ਹਜ਼ੂਰੀ 'ਚ ਆਉਣ ਤੋਂ ਪਹਿਲਾਂ ਬੜੇ ਬੜੇ ਉਹ ਦੇਵੀ ਦੀ ਯਾਤਰਾ ਤੇ ਤੀਰਥਾਂ ਦੀ ਯਾਤਰਾ ਤੇ ਜਾਂਦੇ ਰਹੇ। ਪਰ ਜਦੋਂ ਗੁਰੂ ਨਾਨਕ ਜੀ ਦੀ ਹਜ਼ੂਰੀ 'ਚ ਆ ਗਏ, ਗੁਰੂ ਨਾਨਕ ਮਹਾਰਾਜ ਜੀ ਦੇ ਉਹਨਾਂ ਨੇ ਬਚਨਾਂ ਨੂੰ ਪੜ੍ਹ ਲਿਆ ਕਿ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਮਹਾਰਾਜ ਕਹਿੰਦੇ ਲੋਕ ਤੀਰਥਾਂ ਤੇ ਜਾਂਦੇ ਆ, ਸਾਨੂੰ ਵੀ ਇਤਰਾਜ਼ ਕੋਈ ਨਹੀਂ, ਅਸੀਂ ਵੀ ਜਾਣ ਦੇ ਲਈ ਤਿਆਰ ਹਾਂ। ਪਰ ਜਾਣ ਦਾ ਲਾਭ ਕੀ ਹੈ? ਤੀਰਥ ਨਾਵਾਂ ਜੇ ਤਿਸ ਭਾਵਾਂ। ਹੈ ਵਾਹਿਗੁਰੂ, ਜੇ ਤੀਰਥਾਂ ਤੇ ਨਹਾਉਣਾ ਤੈਨੂੰ ਚੰਗਾ ਲੱਗਦਾ ਹੈ, ਤੀਰਥ ਤੇ ਨਹਾਉਣ ਦੇ ਨਾਲ ਵਾਹਿਗੁਰੂ ਜੀ ਤੁਹਾਡੀਆਂ ਖੁਸ਼ੀਆਂ ਮਿਲਦੀਆਂ ਨੇ, ਫਿਰ ਮੈਂ ਵੀ ਤੀਰਥ ਤੇ ਨਹਾਉਣ ਦੇ ਲਈ ਤਿਆਰ ਹਾਂ।
ਪਰ ਜੇ ਤੀਰਥ ਤੇ ਨਹਾਉਣਾ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ, ਫਿਰ ਮੈਂ ਕਿਉਂ ਜਾਵਾਂ ਤੀਰਥ ਨਹਾਵਾਂ। ਜੇ ਤਿਸ ਭਾਵਾਂ ਵਿਣ ਭਾਣੇ ਕਿ ਨਾਏ ਕਰੀ। ਜਿਹੜਾ ਕੰਮ ਵਾਹਿਗੁਰੂ ਜੀ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ, ਮੈਂ ਉਸ ਕੰਮ ਦੇ ਪਿੱਛੇ ਕਿਉਂ ਜਾਵਾਂ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਹਾਂ ਪਹਿਲਾਂ ਜਾਂਦੇ ਰਹੇ ਤੀਰਥਾਂ ਦੀ ਯਾਤਰਾ ਤੇ, ਪਰ ਜਦੋਂ ਗੁਰੂ ਨਾਨਕ ਦੀ ਹਜ਼ੂਰੀ 'ਚ ਆ ਕੇ ਪਤਾ ਲੱਗ ਗਿਆ ਕਿ ਗੁਰ ਸਮਾਨ ਤੀਰਥ ਨਹੀਂ ਕੋਏ, ਜਦੋਂ ਪਤਾ ਲੱਗ ਗਿਆ ਕਿ ਤੀਰਥ ਨਾਮ ਹੈ, ਉਦੋਂ ਬਾਅਦ ਫਿਰ ਕਿਸੇ ਤੀਰਥ ਤੇ ਨਹੀਂ ਗਏ, ਫਿਰ ਤੇ ਨਾਮ ਰੂਪੀ ਤੀਰਥ 'ਚੋਂ ਆਪਣੇ ਮਨ ਨੂੰ ਧੋਂਦੇ ਰਹੇ। ਮਹਾਰਾਜ ਕਹਿੰਦੇ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਵਾਹਿਗੁਰੂ ਜੀ ਦਾ ਸਿਮਰਨ ਹੀ ਤੀਰਥਾਂ ਤੋਂ ਸ੍ਰੇਸ਼ਟ ਤੀਰਥ ਹੈ। ਨਾਮ ਜਲ ਚੋਂ ਆਪਣੇ ਮਨ ਦਾ ਇਸ਼ਨਾਨ ਕਰਨਾ ਹੈ। ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ 'ਚ ਜੁੜਦਾ ਹੈ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਾਣ ਪਾਉਂਦਾ, ਸਨਮਾਨ ਪਾਉਂਦਾ, ਕਿਉਂਕਿ ਉੱਥੇ ਨਾਮ ਜਪਣ ਵਾਲੇ ਹੀ ਪ੍ਰਵਾਨ ਪੈਂਦੇ ਹਨ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ। ਜਿਹੜੇ ਵਾਹਿਗੁਰੂ ਦਾ ਨਾਮ ਧਿਆਉਂਦੇ, ਵਾਹਿਗੁਰੂ ਦੀ ਦਰਗਾਹ 'ਚ ਉਹਨਾਂ ਨੂੰ ਖਰੇ ਸਮਝ ਕੇ ਪ੍ਰਵਾਨ ਕਰ ਲਿਆ ਜਾਂਦਾ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਅੱਗੇ ਮਹਾਰਾਜ ਕਹਿੰਦੇ, ਜਿਹੜਾ ਵਾਹਿਗੁਰੂ ਦੇ ਸਿਮਰਨ 'ਚ ਜੁੜਦਾ ਹੈ ਨਾ, ਉਹਦੀ ਫਿਰ ਬਿਰਤੀ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੀ ਬਣਦੀ ਹੈ। ਉਹਨੂੰ ਸਮਝ ਪੈ ਜਾਂਦੀ ਹੈ ਕਿ ਜੋ ਵੀ ਹੁੰਦਾ ਪਿਆ ਹੈ ਭਲਾ ਹੀ ਹੁੰਦਾ ਪਿਆ ਹੈ, ਚੰਗਾ ਹੀ ਹੁੰਦਾ ਪਿਆ ਹੈ, ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹ ਵਾਹਿਗੁਰੂ ਦੇ ਹਰ ਹੁਕਮ ਨੂੰ, ਰਜਾ ਨੂੰ ਮਿੱਠਾ ਕਰਕੇ ਮੰਨਦਾ ਹੈ। ਧੰਨ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਵੀ ਕਹਿੰਦੇ, ਕੋਈ ਕਿਤੇ ਕਿਸੇ ਤੇ ਇਤਰਾਜ਼ ਨਹੀਂ ਹੈ। ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਕਿਉਂਕਿ ਸਭ ਵਾਹਿਗੁਰੂ ਦੀ ਰਜਾ ਹੈ। ਪ੍ਰਭ ਕੈ ਸਿਮਰਨ ਸੁਫਲ ਫਲਾ। ਫਿਰ ਮਹਾਰਾਜ ਕਹਿੰਦੇ, ਜਦੋਂ ਜੀਵ ਸਿਮਰਨ 'ਚ ਜੁੜਦਾ ਹੈ, ਹਰ ਬੰਦਾ ਚਾਹੁੰਦਾ ਹੈ ਮੈਂ ਕਰਮ ਕਰਾਂ, ਸੇਵਾ ਕਰਾਂ, ਉਹਦਾ ਚੰਗਾ ਫਲ ਮੇਰੀ ਝੋਲੀ 'ਚ ਪਏ। ਮਹਾਰਾਜ ਕਹਿੰਦੇ, ਜਿਹੜੇ ਸਿਮਰਨ 'ਚ ਜੁੜਦੇ ਨੇ, ਸ੍ਰੇਸ਼ਟ ਫਲ ਵਾਹਿਗੁਰੂ ਦੀਆਂ ਰਹਿਮਤਾਂ ਦਾ ਉਹਨਾਂ ਦੀ ਝੋਲੀ 'ਚ ਪੈਂਦਾ ਹੈ, ਸਿਮਰਨ 'ਚ ਜੁੜਨ ਦੀ ਬਰਕਤ ਸਦਕਾ। ਪਰ ਸਿਮਰਨ 'ਚ ਜੁੜਦੇ ਕਿਹੜੇ ਹਨ? ਸੇ ਸਿਮਰੈ ਜਿਨ ਆਪ ਸਿਮਰਾਏ। ਮਹਾਰਾਜ ਕਹਿੰਦੇ, ਵਾਹਿਗੁਰੂ ਦਾ ਸਿਮਰਨ ਵੀ ਉਹੀ ਕਰ ਪਾਉਂਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪ ਰਹਿਮਤ ਕਰਕੇ ਸਿਮਰਨ ਦੀ ਹਿੰਮਤ, ਉਦਮ ਤੇ ਬਲ ਬਖਸ਼ਦਾ ਹੈ। ਨਾਨਕ ਤਾਂ ਕੈ ਲਾਗੋਂ ਪਾਏ। ਪਾਤਸ਼ਾਹ ਕਹਿੰਦੇ, ਜਿਹੜੇ ਵਾਹਿਗੁਰੂ ਦੇ ਸਿਮਰਨ 'ਚ ਜੁੜੇ ਨੇ, ਉਹਨਾਂ ਦੇ ਚਰਨਾਂ 'ਚ ਅਸੀਂ ਝੁਕਦੇ ਹਾਂ। ਹੁਣ ਵੇਖੋ, ਸਿਮਰਨ ਕਰਨ ਵਾਲੇ ਦੀ ਕਿੰਨੀ ਵਡਿਆਈ ਹੈ। ਅਸੀਂ ਸਾਰੇ ਤੇ ਗੁਰੂ ਦੇ ਚਰਨਾਂ 'ਚ ਝੁਕਦੇ ਹਾਂ, ਪਰ ਗੁਰੂ ਮਹਾਰਾਜ ਕਹਿੰਦੇ, ਜਿਹੜਾ ਸਿਮਰਨ ਕਰਦਾ ਮੈਂ ਉਹਦੇ ਚਰਨਾਂ ਦੇ ਵਿੱਚ ਝੁਕਦਾ ਹਾਂ। ਧੰਨ ਗੁਰੂ ਰਾਮਦਾਸ ਸਾਹਿਬ ਤਾਂ ਇਥੋਂ ਤੱਕ ਬਚਨ ਕਰਦੇ, ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਜਿਹੜਾ ਆਪ ਜਪਦਾ ਦੂਜਿਆਂ ਨੂੰ ਜਪਾਉਂਦਾ, ਪਾਤਸ਼ਾਹ ਕਹਿੰਦੇ, ਅਸੀਂ ਉਹਨਾਂ ਦੀ ਚਰਨ ਧੂੜ ਲੋਚਦੇ ਹਾਂ। ਨਾਨਕ ਤਾਂ ਕੈ ਲਾਗੋਂ ਪਾਏ। ਅੱਗੇ ਪਾਤਸ਼ਾਹ ਕਹਿੰਦੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਸਭ ਤੋਂ ਉੱਤਮ ਹੈ, ਸਭ ਤੋਂ ਉੱਚਾ ਹੈ। ਵਾਹਿਗੁਰੂ ਦੇ ਸਿਮਰਨ ਤੋਂ, ਪਰਮਾਤਮਾ ਦੇ ਨਾਮ ਤੋਂ ਉੱਤੇ ਹੋਰ ਕੋਈ ਕਰਮ ਨਹੀਂ ਹੈ। ਪ੍ਰਭ ਕੈ ਸਿਮਰਨ ਉਦਰੈ ਮੂਚਾ। ਮੂਚੇ ਦਾ ਭਾਵ ਹੈ ਬਹੁਤ ਸਾਰੇ, ਬਹੁਤ ਸਾਰੇ। ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੀ ਇਹ ਵਡਿਆਈ ਹੈ, ਬਰਕਤ ਹੈ ਕਿ ਜਿਹੜਾ ਜਿਹੜਾ ਵੀ ਸਿਮਰਨ 'ਚ ਜੁੜਦਾ ਜਾਂਦਾ ਹੈ, ਉਹਦਾ ਪਾਰ ਉਤਾਰਾ ਵਾਹਿਗੁਰੂ ਦੇ ਨਾਮ ਦੀ ਬਰਕਤ ਸਦਕਾ ਹੁੰਦਾ ਜਾਂਦਾ ਹੈ। ਜਿਵੇਂ ਬੇੜੀ ਇੱਕ ਹੁੰਦੀ ਹੈ, ਵੇਖੋ ਵਾਹਿਗੁਰੂ ਦਾ ਨਾਮ ਵਾਹਿਗੁਰੂ ਵਾਹਿਗੁਰੂ ਹੀ ਹੈ, ਪਰ ਜਿਵੇਂ ਬੇੜੀ ਇੱਕ ਹੈ ਤੇ ਇੱਕ ਬੇੜੇ ਦੇ ਵਿੱਚ ਕਿੰਨੇ ਮੁਸਾਫਰ ਬਹਿ ਕੇ ਦਰਿਆ ਤੋਂ ਦੂਜੇ ਪਾਸੇ ਪਹੁੰਚ ਜਾਂਦੇ ਹਨ, ਬੇੜਾ ਇੱਕੋ ਹੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਇੱਕ ਨਾਮ ਦੀ ਬਰਕਤ ਦੇ ਨਾਲ ਅਨੇਕਾਂ ਹੀ ਜੀਵਾਂ ਦਾ ਪਾਰ ਉਤਾਰਾ ਹੁੰਦਾ ਹੈ। ਮਹਾਰਾਜ ਕਹਿੰਦੇ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਵਾਹਿਗੁਰੂ ਦੇ ਸਿਮਰਨ ਦੇ ਨਾਲ ਬੇਅੰਤ ਜੀਵ ਵਿਕਾਰਾਂ ਤੋਂ ਪਾਰ ਲੰਘ ਜਾਂਦੇ ਹਨ, ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ।
ਫਿਰ ਵਾਹਿਗੁਰੂ ਦਾ ਸਿਮਰਨ, ਅਕਾਲ ਪੁਰਖ ਦਾ ਸਿਮਰਨ ਸਾਡੇ ਅੰਦਰ ਦੀ ਤ੍ਰਿਸ਼ਨਾ ਨੂੰ ਬੁਝਾਉਣ ਵਾਲਾ ਹੈ। ਜਦੋਂ ਆਪਾਂ ਗੁਰਬਾਣੀ ਨੂੰ ਬੜਾ ਡੀਪਲੀ ਪੜ੍ਹਦੇ ਹਾਂ ਤੇ 3-4 ਪ੍ਰਕਾਰ ਦੀ ਤ੍ਰਿਸ਼ਨਾ ਦੀ ਗੱਲ ਬਾਣੀ 'ਚ ਆਉਂਦੀ ਹੈ, ਜਿਹੜੀ ਤ੍ਰਿਸ਼ਨਾ ਸਾਡੇ ਮਨਾਂ ਅੰਦਰ ਹੈ। ਇੱਕ ਹਰ ਮਨੁੱਖ ਦੇ ਮਨ ਅੰਦਰ ਪਹਿਲੀ ਤ੍ਰਿਸ਼ਨਾ ਤੇ ਪੈਸੇ ਦੀ ਮਾਇਆ ਦੀ ਤ੍ਰਿਸ਼ਨਾ ਹੈ। ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜ ਕੇ ਉਹ ਤ੍ਰਿਸ਼ਨਾ ਵੀ ਬੁਝ ਜਾਂਦੀ ਹੈ। ਜਦੋਂ ਅੰਦਰ ਸਬਰ ਸੰਤੋਖ ਬਣਦਾ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਪਹਿਲੇ ਨੰਬਰ ਤੇ ਪੈਸੇ ਦੀ ਤ੍ਰਿਸ਼ਨਾ, ਦੂਜੇ ਨੰਬਰ ਤੇ ਗੁਰੂ ਕੀ ਬਾਣੀ ਕਹਿੰਦੀ ਹੈ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਬੰਦੇ ਦੇ ਅੰਦਰ ਤ੍ਰਿਸ਼ਨਾ ਲੰਮੀ ਉਮਰ ਦੀ ਤ੍ਰਿਸ਼ਨਾ ਵੀ ਆ ਕਿ ਮੈਂ ਬੜਾ ਚਿਰ ਜਿਉਂਦਾ ਰਵਾਂ। ਤੀਜੇ ਨੰਬਰ ਤੇ ਮਹਾਰਾਜ ਕਹਿੰਦੇ ਬੰਦੇ ਦੇ ਅੰਦਰ ਇਹ ਤ੍ਰਿਸ਼ਨਾ ਕਿ ਮੇਰੀ ਸ਼ੋਭਾ ਵਡਿਆਈ ਸੰਸਾਰ ਅੰਦਰ ਬੜੀ ਹੋਵੇ। ਤੇ ਗੁਰੂ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜ, ਤੇਰੀ ਲੰਬੀ ਉਮਰ ਦੀ ਤ੍ਰਿਸ਼ਨਾ ਵੀ ਬੁਝ ਜਾਏਗੀ, ਤੇਰੀ ਵਡਿਆਈਆਂ ਦੀ ਤ੍ਰਿਸ਼ਨਾ ਵੀ ਪੂਰੀ ਹੋ ਜਾਏਗੀ ਔਰ ਤੇਰੀ ਮਾਇਆ ਦੀ ਤ੍ਰਿਸ਼ਨਾ ਵੀ ਪੂਰੀ ਹੋ ਜਾਏਗੀ। ਕਿਉਂਕਿ ਜਿਹੜੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦੇ, ਨਾ ਮਾਇਆ ਦੀ ਕਮੀ ਰਹਿੰਦੀ ਹੈ ਨਾ ਉਹਨਾਂ ਦੀ ਵਡਿਆਈ ਦੀ ਕਮੀ ਰਹਿੰਦੀ ਹੈ। ਤੇ ਜਿਹੜੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਏ ਉਹਨਾਂ ਦੀ ਵਡਿਆਈ ਹਮੇਸ਼ਾ ਹੈ, ਉਹ ਹਮੇਸ਼ਾ ਹਮੇਸ਼ਾ ਜਿਉਂਦੇ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸੋ ਇਹ ਜਿਹੜੀ ਤ੍ਰਿਸ਼ਨਾ ਦੀ ਬਿਰਤੀ ਹੈ ਇਹ ਕਿਵੇਂ ਬੁਝਦੀ ਹੈ? ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਸਿਮਰਨ 'ਚ ਜੁੜ ਕੇ ਮਨੁੱਖ ਨੂੰ ਸਮਝ ਪੈ ਜਾਂਦੀ ਹੈ। ਮਾਇਆ ਦੇ ਵੱਖ-ਵੱਖ ਰੂਪਾਂ ਸਵਰੂਪਾਂ ਦੀ ਸਮਝ ਪੈਂਦੀ ਹੈ, ਕੁਦਰਤ ਦੀ ਸਮਝ ਪੈਂਦੀ ਹੈ, ਕਾਦਰ ਦੀ ਸਮਝ ਪੈਂਦੀ ਹੈ, ਗਿਆਨ ਅਕਲ ਸਮਝ ਮਿਲਦੀ ਹੈ ਵਾਹਿਗੁਰੂ ਦੇ ਸਿਮਰਨ 'ਚ ਜੁੜ ਕੇ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਵਾਹਿਗੁਰੂ ਦੇ ਸਿਮਰਨ 'ਚ ਜੁੜਿਆ ਮਨ 'ਚੋਂ ਜਮਾਂ ਦਾ ਭੈ ਮੁੱਕ ਜਾਂਦਾ ਹੈ, ਮੌਤ ਦਾ ਡਰ ਮੁੱਕ ਜਾਂਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ। ਵਾਹਿਗੁਰੂ ਦਾ ਸਿਮਰਨ ਸਾਡੀਆਂ ਸਾਰੀਆਂ ਇੱਛਾਵਾਂ ਤੇ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ। ਆਪਾਂ ਗੁਰੂ ਕੇ ਦਰਬਾਰ ਆਉਂਦੇ ਹਾਂ, ਹਰ ਬੰਦੇ ਦੀ ਅਰਦਾਸ ਹੁੰਦੀ ਹੈ ਗੁਰੂ ਕੇ ਚਰਨਾਂ ਦੇ ਵਿੱਚ। ਕੁਝ ਨਾ ਕੁਝ ਆਪਾਂ ਮੰਗਦੇ, ਅਸੀਂ ਚਾਹੁੰਦੇ ਹਾਂ ਕਿ ਗੁਰੂ ਰਹਿਮਤ ਕਰਨ, ਸਾਡੀਆਂ ਇੱਛਾਵਾਂ ਪੂਰੀਆਂ ਹੋਣ। ਤੇ ਮਹਾਰਾਜ ਕੀ ਅੱਗੋਂ ਸਾਨੂੰ ਸਮਝਾਉਂਦੇ, ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨ। ਗੁਰੂ ਸਾਨੂੰ ਸਮਝਾਉਂਦੇ, ਕਹਿੰਦੇ ਤੂੰ ਵਾਹਿਗੁਰੂ ਦੇ ਸਿਮਰਨ 'ਚ ਜੁੜ। ਜੇ ਸਿਮਰਨ 'ਚ ਜੁੜੇਗਾ ਪੂਰਨ ਆਸਾ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਵਾਹਿਗੁਰੂ ਦੇ ਸਿਮਰਨ 'ਚ ਜੁੜ ਕੇ ਮਨ ਦੀ ਮੈਲ ਖਤਮ ਹੁੰਦੀ ਹੈ। ਇੱਕ ਤੇ ਹੈ ਸਾਡੇ ਤਨ ਦੀ ਮੈਲ, ਸਾਡੇ ਕੱਪੜਿਆਂ ਦੀ ਮੈਲ, ਪਰ ਆ ਮਨ ਦੀ ਮੈਲ ਕਿਹੜੀ ਹੈ? ਮਨ ਦੀ ਮੈਲ ਹੈ ਈਰਖਾ ਦੀ ਮੈਲ, ਮਨ ਦੀ ਮੈਲ ਹੈ ਕ੍ਰੋਧ ਦੀ ਮੈਲ, ਮਨ ਦੀ ਮੈਲ ਹੈ ਨਿੰਦਿਆ ਦੀ ਮੈਲ। ਇਹਨਾਂ ਬੁਰਾਈਆਂ ਅਵਗੁਣਾਂ ਦੀ ਮੈਲ ਨੇ ਸਾਡੇ ਮਨ ਨੂੰ ਮੈਲਾ ਕੀਤਾ ਹੋਇਆ ਹੈ। ਇਸੇ ਕਰਕੇ ਸਾਡਾ ਵੇਖਣਾ ਵੀ ਮੈਲਾ ਹੈ। ਅਸੀਂ ਵੇਖਦੇ ਹਾਂ ਦੂਜੇ ਦੀਆਂ ਚੰਗਿਆਈਆਂ ਨਹੀਂ ਵੇਖਦੇ, ਦੂਜੇ ਦੇ ਅਵਗੁਣ ਵੇਖਦੇ ਹਾਂ। ਅਸੀਂ ਬੋਲਦੇ ਹਾਂ ਨਿੰਦਿਆ ਚੁਗਲੀ ਦੇ ਬੋਲ ਬੋਲਦੇ ਹਾਂ। ਅਸੀਂ ਕਰਮ ਵੀ ਕਰਦੇ ਹਾਂ ਤੇ ਬੁਰਾਈਆਂ ਵਾਲੇ ਕਰਮ ਕਰਦੇ ਹਾਂ, ਚੰਗੇ ਕਰਮ ਨਹੀਂ ਕਰਦੇ। ਕਾਰਨ ਕੀ ਹੈ? ਸਾਡੇ ਮਨ ਅੰਦਰ ਮੈਲ ਭਰੀ ਹੈ। ਤੇ ਬਾਣੀ 'ਚ ਮਹਾਰਾਜ ਕਹਿੰਦੇ ਜੇ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ। ਜੇ ਭਾਂਡੇ 'ਚੋਂ ਅਸੀਂ ਕੋਈ ਚੀਜ਼ ਬਾਹਰ ਕੱਢਣੀ ਹੈ ਤੇ ਕੀ ਕੱਢਾਂਗੇ? ਜੋ ਭਾਂਡੇ 'ਚ ਹੋਏਗਾ ਉਹੀ ਕੁਝ ਬਾਹਰ ਨਿਕਲੇਗਾ। ਜੇ ਮਨ ਰੂਪੀ ਭਾਂਡੇ ਦੇ ਅੰਦਰ ਚੰਗਿਆਈਆਂ ਨੇ, ਚੰਗੀ ਸੋਚ ਹੈ, ਚੰਗੀ ਬਿਰਤੀ ਹੈ, ਸਾਡੇ ਤਨ ਦੇ ਕਰਮ ਚੰਗੇ ਹੋਣਗੇ। ਤੇ ਜੇ ਮਨ ਰੂਪੀ ਭਾਂਡੇ ਦੇ ਅੰਦਰ ਅਸੀਂ ਬੁਰਾਈਆਂ ਦਾ ਹੀ ਕੂੜ ਕਬਾੜ ਭਰਿਆ ਪਿਆ ਹੈ, ਫਿਰ ਬੰਦਾ ਮਾੜਾ ਬੋਲੇਗਾ, ਮਾੜਾ ਵੇਖੇਗਾ, ਮਾੜਾ ਸੁਣੇਗਾ, ਮਾੜੇ ਕਰਮ ਕਰੇਗਾ।
ਕਿਉਂਕਿ ਅੰਦਰ ਹੀ ਮਾੜਾ ਹੈ, ਅੰਦਰ ਹੀ ਮੈਲ ਭਰੀ ਪਈ ਹੈ। ਸੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਅੰਦਰ ਦੀ ਮੈਲ ਨੂੰ ਖਤਮ ਕਰਨਾ। ਉਹ ਅੰਦਰ ਦੀ ਮਨ ਦੀ ਮੈਲ ਕਿੱਦਾਂ ਮੁੱਕਦੀ ਹੈ? ਆਪਾਂ ਰੋਜ਼ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ, ਜਿੱਥੇ ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇੱਥੇ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਤੇ ਵੇਖੋ ਕੱਪੜੇ ਆਪਾਂ ਜਿਹੜੇ ਪਾਣੀ ਦੇ ਨਾਲ ਧੋਂਦੇ ਆ, ਸਰਫ ਪਾ ਕੇ ਕੱਪੜੇ ਧੋਤੇ, ਉਹ ਪਾਣੀ ਗੰਦਾ ਮੈਲਾ ਹੋ ਜਾਂਦਾ ਹੈ ਕੱਪੜਿਆਂ ਦੀ ਮੈਲ ਦੇ ਨਾਲ, ਫਿਰ ਉਹ ਪਾਣੀ ਅਸੀਂ ਰੋੜ ਦਿੰਦੇ ਹਾਂ। ਉਹ ਪਰਤ ਕੇ ਸਾਡੀ ਵਰਤੋਂ ਦੇ ਯੋਗ ਨਹੀਂ ਰਹਿੰਦਾ, ਕਿਉਂਕਿ ਮੈਲ ਧੋ ਕੇ ਪਾਣੀ ਮੈਲਾ ਹੋ ਗਿਆ। ਪਰ ਵਾਹਿਗੁਰੂ ਦਾ ਨਾਮ ਇਦਾਂ ਨਹੀਂ ਹੈ ਕਿ ਸਾਡੇ ਮਨ ਦੀ ਮੈਲ ਨਾਮ ਨੇ ਧੋਤੀ ਤੇ ਨਾਮ ਮੈਲਾ ਹੋ ਗਿਆ। ਮਹਾਰਾਜ ਕਹਿੰਦੇ ਮੈਲ ਧੋਣ ਦੇ ਬਾਵਜੂਦ ਵੀ ਵਾਹਿਗੁਰੂ ਦਾ ਨਾਮ ਨਿਰਮਲ ਹੀ ਰਹਿੰਦਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਵਾਹਿਗੁਰੂ ਦੇ ਸਿਮਰਨ ਸਦਕਾ ਮਨ ਦੀ ਮੈਲ ਮੁੱਕ ਗਈ। ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਹੁਣ ਉਹ ਅੰਮ੍ਰਿਤ ਨਾਮ ਹਿਰਦੇ ਦੇ ਵਿੱਚ ਟਿਕ ਗਿਆ, ਜਿਹੜੇ ਨਾਮ ਨੇ ਮੈਲ ਨੂੰ ਖਤਮ ਕੀਤਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਗੁਰਮੁਖਾਂ ਦੀ ਭਾਵ ਸਿਮਰਨ ਕਰਨ ਵਾਲਿਆਂ ਦੀ ਰਸਨਾ ਤੇ ਵਸਦਾ ਹੈ। ਹਰ ਵਕਤ ਉਹ ਰਸਨਾ ਕਰਕੇ ਰੱਬ ਨੂੰ ਧਿਆਉਂਦੇ ਨੇ। ਉਹਨਾਂ ਦੀ ਰਸਨਾ ਤੇ ਪਰਮੇਸ਼ਰ ਦਾ ਵਾਸਾ ਹੁੰਦਾ ਹੈ। ਤੇ ਇਸੇ ਕਰਕੇ ਫਿਰ ਭਗਤ ਮੁਖਾਂ ਤੇ ਬੋਲਦੇ ਸੋ ਬਚਨ ਹੋਵੰਦੇ। ਵਾਹਿਗੁਰੂ ਦੇ ਸਿਮਰਨ ਕਰਨ ਵਾਲਾ ਮਨੁੱਖ ਜੋ ਬਚਨ ਸੁਭਾਵਕ ਵੀ ਬਚਨ ਬੋਲੇ, ਉਹਦਾ ਬੋਲਿਆ ਸੱਤ ਹੋ ਨਿਬੜਦਾ ਹੈ। ਕਾਰਨ ਕੀ ਹੈ? ਉਹਦੀ ਰਸਨਾ ਤੇ ਪਰਮੇਸ਼ਰ ਬੈਠਾ ਆਪ ਬੋਲਦਾ ਹੈ। ਮਹਾਰਾਜ ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਤੇ ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਬੈਠਾ ਹੈ, ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਦੀ ਯਾਦ, ਮਨ 'ਚ ਵਾਹਿਗੁਰੂ ਦਾ ਨਾਮ ਸਿਮਰਨ ਹੈ, ਇਬਾਦਤ ਹੈ, ਨਾਨਕ ਜਨ ਕਾ ਦਾਸਨ ਦਸਨਾ। ਪਾਤਸ਼ਾਹ ਕਹਿੰਦੇ ਉਹਨਾਂ ਰੱਬੀ ਦਾਸਾਂ ਦੇ ਅਸੀਂ ਦਾਸ ਹਾਂ, ਜਿਹੜੇ ਮਾਲਕ ਦੇ